ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ। ਅੱਜ ਦੇ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਗੱਲ ਕਰਾਂਗੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਉੱਤੇ, ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਦੇ ਵਿੱਚ ਵਸਦੀਆਂ ਸੰਗਤਾਂ ਸ਼ਰਧਾ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ। ਸਮੁੱਚੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਹੋਰਾਂ ਦੇ ਨਾਲ। ਸੋ ਗੱलबात ਦਾ सिलसिला शुरू करते हैं। सब तो पहला पाने फतेह की सांझ तो फिर प्रेस साहब ना करांगे गलबात। प्रेस साहब वाहिगुरू जी का खालसा वाहिगुरू जी की फतेह। प्रेस साहब स्वागत है तुहाडा प्रोग्राम इतिहास के पन्निਆਂ ਦੇ ਵਿੱਚ। सब तो पहला प्रेस साहब जानना चाहांगे शहादत की जो असीं गल करते हैं, शहादत का शब्दिक अर्थ जिहड़ा आ ਉਹ ਕੀ ਹੈਗਾ ਆ, ਤੇ सिख धर्म की गल करिए तो शहादत की सिख धर्म ਦੇ ਵਿੱਚ ਇੰਨੀ ਮਹਾਨਤਾ ਜਿਹੜੀ ਆ ਉਹ ਕਿਵੇਂ ਆ ਤੇ ਕਿਉਂ ਆ? ਵੇਖੋ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਿਰਮਲ ਪੰਥ ਦੀ ਨੀਂਹ ਪੱਥਰ ਰੱਖਿਆ ਜੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ 3 ਸਿਧਾਂਤ ਦਿੱਤੇ ਜੀ। ਨਾਮ ਜਪੋ ਜੀ, ਕਿਰਤ ਕਰੋ ਜੀ ਅਤੇ ਵੰਡ ਕੇ ਛਕੋ ਜੀ। ਬਿਲਕੁਲ, ਇਹ 3 ਮੁੱਢਲੇ ਸਿਧਾਂਤ ਨੇ। ਹਾਂਜੀ। ਹੋਰ ਇਹ ਤਿੰਨੋਂ ਮੁੱਢਲੇ ਸਿਧਾਂਤ ਜਿਹੜੇ ਨੇ ਜੀ ਉਹ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ, ਪਰਮੇਸ਼ਵਰ ਨੂੰ ਰਿਅਲਾਈਜ਼ ਕਰਨ ਵਾਸਤੇ, ਹਾਸਲ ਕਰਨ ਵਾਸਤੇ, ਉਹਦੇ 'ਚ ਅਭੇਦ ਹੋਣ ਵਾਸਤੇ ਜੀ ਇਹ ਤਿੰਨੋਂ ਸਿਧਾਂਤ ਬੜੇ ਵੱਡਮੁੱਲੇ ਨੇ। ਬਿਲਕੁਲ, ਇਹਨਾਂ ਦਾ ਬੜਾ ਅਹਿਮ ਰੋਲ ਹੈ ਜੀ। ਹੋਰ ਜੇਕਰ ਮੈਂ ਪਹਿਲੀ ਗੱਲ ਕਰਾਂ ਹਾਂਜੀ ਨਾਮ ਜਪੋ ਦੀ, ਜੀ, ਤੇ ਨਾਮ ਜਪਣ ਤੋਂ ਭਾਵ ਹੈ ਕਿ ਉਹ ਸੱਚੇ ਪਰਵਦਿਗਾਰ ਹਾਂਜੀ ਅਕਾਲ ਪੁਰਖ ਨੂੰ ਧਿਆਨ ਵਿੱਚ ਰੱਖ ਕੇ ਹਾਂਜੀ ਉਹਦੇ ਗੁਣਾਂ ਦੇ ਉੱਤੇ ਵਿਚਾਰ ਕਰਨੀ, ਜੀ, ਉਹਦਾ ਸਿਮਰਨ ਕਰਨਾ, ਜੀ, ਔਰ ਸੱਚੇ ਦੇ ਨਾਲ ਜੁੜਨਾ, ਹਾਂਜੀ, ਤੇ ਸੱਚ ਦਾ ਪਹਿਰਾ ਦੇਣਾ, ਬਿਲਕੁਲ, ਸੱਚ ਦੀ ਗੱਲ ਕਰਨੀ। ਹਾਂਜੀ, ਭਾਵ ਕਹਿਣ ਦਾ ਜਿੱਥੇ ਤੁਹਾਨੂੰ ਅਧਰਮ ਨਜ਼ਰ ਆ ਰਿਹਾ ਹੈ, ਹਾਂਜੀ, ਉਸ ਅਧਰਮ ਦੇ ਖਿਲਾਫ ਤੁਸੀਂ ਜੇ ਗੱਲ ਨਹੀਂ ਕਰੋਗੇ ਜੀ, ਤਾਂ ਉਸ ਸੱਚੇ ਦੀ ਗੱਲ ਜੀ, ਜਿਹੜੀ ਹੈ ਅਧਰਮੀ ਲੋਕ ਜਿਹੜੇ ਨੇ ਉਹ ਫਿਰ ਆਪਣਾ ਵਰਤਾਰਾ ਵਰਤਾਉਣਗੇ। ਜੀ, 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 ਬਿਲਕੁਲ। ਤੋ ਸੱਚ ਦੀ ਗੱਲ ਜੇ ਕਰਨੀ ਹੈ, ਜੀ, ਨਾਮ ਜਪਣਾ ਹੈ, ਤਾਂ ਫਿਰ ਤੁਹਾਨੂੰ ਸੱਚ ਦੀ ਗੱਲ ਕਰਨੀ ਪਏਗੀ। ਬਿਲਕੁਲ। ਇਹ ਪੱਕੀ ਇੱਕ ਕਨੈਕਸ਼ਨ ਹੈ ਆਪਸ ਦੇ ਵਿੱਚ, ਇਹਨਾਂ ਤੁਸੀਂ ਅਲੱਗ-ਅਲੱਗ ਨਹੀਂ ਕਰ ਸਕਦੇ। ਨਾਮ ਜਪਣ ਨੂੰ ਤੇ ਸੱਚ ਬੋਲਣ ਨੂੰ, ਜੀ, ਧਰਮ ਦੀ ਗੱਲ ਕਰਨ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਬਿਲਕੁਲ। ਸੋ ਜਿਸ ਵੇਲੇ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਦੱਸ ਰਹੇ ਨੇ, ਤਾਂ ਪਹਿਲੇ ਜਾਮੇ ਵਿੱਚ ਸਾਨੂੰ ਇਹ ਵੀ ਦੱਸ ਰਹੇ ਨੇ ਜੀ ਕਿ ਉਹ ਸੱਚ ਤੇ ਉੱਤੇ ਪਹਿਰਾ ਦਿੰਦਿਆਂ ਜੀ ਫਿਰ ਸਾਨੂੰ ਇੱਕ ਹੋਰ ਸਿਧਾਂਤ ਦੇਤਾ, ਜੀ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰਧਰ ਤਲੀ ਗਲੀ ਮੇਰੀ ਆਓ। ਜੀ, ਬਿਲਕੁਲ। ਇਤਮਾਰਕ ਪੈਰ ਧਰੀਜੇ ਸਿਰ ਦੀਜੇ ਕਹਾਣਾ। ਇਹ ਵੀ ਸੱਚ ਤੇ ਪਹਿਰਾ ਹੈ ਜੀ। ਇਹ ਸੱਚ ਦੇ ਨਾਲ ਜੁੜੀ ਗੱਲ ਹੈ। ਜੀ, ਜੀ, ਜੀ। ਜੇ ਸੱਚ ਨਾਲ ਜੁੜਾਂਗੇ ਨਾ ਸਿਮਰਨ ਦੇ ਵਿੱਚ, ਜੀ, ਤੇ ਫਿਰ ਇਹ ਸ਼ਕਤੀ ਅਕਾਲ ਪੁਰਖ ਤੁਹਾਨੂੰ ਦੇਗਾ। ਬਿਲਕੁਲ, ਬਿਲਕੁਲ। ਹੁਣ ਗੱਲ ਆਈ ਸ਼ਹਾਦਤ ਦੀ। ਜੀ, ਹੁਣ ਪਹਿਲੇ ਜਾਮੇ 'ਚ, ਦੂਸਰੇ ਜਾਮੇ, ਤੀਸਰੇ ਜਾਮੇ, ਚੌਥੇ ਜਾਮੇ 'ਚ ਇਹ ਸਾਰਾ ਸਿੱਖੀ ਦਾ ਪ੍ਰਚਾਰ ਹੋ ਰਿਹਾ, ਸੱਚ ਦੀ ਗੱਲ ਹੋ ਰਹੀ ਹੈ। ਬਿਲਕੁਲ, ਠੀਕ ਹੈ ਜੀ। ਹੋਰ ਪੰਜਵੇਂ ਜਾਮੇ ਦੇ ਵਿੱਚ ਵੀ ਸੱਚ ਦੀ ਗੱਲ ਚੱਲ ਰਹੀ ਹੈ। ਜੀ, ਠੀਕ ਹੈ, ਉਹ ਸੱਚੇ ਮਾਲਕ ਦੀ ਗੱਲ ਚੱਲ ਰਹੀ, ਉਹਦੀ ਉਸਤਤ ਦੀ ਗੱਲ ਚੱਲ ਰਹੀ ਹੈ। ਹਾਂਜੀ, ਜੀ। ਹੋਰ ਉਸ ਪੰਜਵੇਂ ਜਾਮੇ 'ਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ, ਜੋ ਉਹਨਾਂ ਨੇ ਖੁਦ ਬਚਨ ਉਚਾਰੇ, ਹਾਂਜੀ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਜੀ, ਜੀ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਜੀ, ਜੀ, ਬਿਲਕੁਲ। ਪੰਜਵੇਂ ਜਾਮੇ 'ਚ ਆ ਕਰਕੇ ਸਾਨੂੰ ਪ੍ਰੈਕਟੀਕਲ ਕਰਕੇ ਦੱਸ ਰਹੇ ਨੇ। ਬਿਲਕੁਲ, ਜੀ। ਦੁਨੀਆ ਨੇ ਤਾਂ ਪ੍ਰੈਕਟੀਕਲ ਬਾਅਦ 'ਚ ਕੀਤਾ ਹੈ, ਹਾਂਜੀ, ਗੁਰੂ ਨਾਨਕ ਨੇ ਪਹਿਲਾਂ ਕਰਤਾ। ਪਹਿਲਾਂ ਕੀਤਾ, ਬਿਲਕੁਲ, ਪਹਿਲਾਂ ਕਰਤਾ ਜੀ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਪ੍ਰੈਕਟੀਕਲ ਕਰਕੇ ਦਿੱਤਾ। ਜੀ, ਸ਼ਹਾਦਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਥਾਵਾਂ ਤੇ ਆਇਆ ਹੈ, ਜੀ, ਜੇ ਮੈਂ ਗਲਤ ਨਹੀਂ ਤਾਂ। ਜੀ, ਸ਼ਹਾਦਤ ਦਾ ਭਾਵ ਹੀ ਇਹ ਹੈ ਜੀ, ਕਿ ਕਿਸੇ ਗੱਲ ਦੀ ਸਾਖੀ ਭਰਨਾ। ਜੀ, ਠੀਕ ਹੈ, ਕਿ ਮੈਂ ਇਹਦੀ ਗੱਲ ਦੀ ਸਾਖੀ ਭਰਦਾ, ਜੀ, ਜਾਮਣੀ, ਜੀ, ਜੀ, ਸਾਖੀ। ਬਿਲਕੁਲ। ਜਿਸ ਵੇਲੇ ਕੋਈ ਬੰਦਾ ਕਿਸੇ ਚੀਜ਼ ਦੀ ਸਾਖੀ ਭਰਦਾ ਨਾ, ਹਾਂਜੀ, ਉਹ ਗਵਾਹ ਹੋ ਜਾਂਦਾ। ਬਿਲकुल गवाही भरना किसी का बिल्कुल है बिल्कुल सो सच की जिहड़ी गवाही भरी जाती है ना हाँ जी वो शहादत है
ਜੀ ਇਹ ਅਰਬੀ ਦਾ ਸ਼ਬਦ ਹੈ, ਜੀ ਇਸ ਅਰਬੀ ਦਾ ਸ਼ਬਦ ਹੈ। ਜੀ ਜੀ ਸ਼ਹਾਦਤ ਲੇਕਿਨ ਸ਼ਹਾਦਤ ਸ਼ਬਦ ਨੇ ਸਿੱਖ ਧਰਮ ਦੇ ਵਿੱਚ ਜੀ ਇੱਕ ਬੜਾ ਮਹੱਤਵਪੂਰਨ ਤੇ ਸਤਿਕਾਰਯੋਗ ਸਥਾਨ ਪ੍ਰਾਪਤ ਕੀਤਾ, ਜੀ ਬਿਲਕੁਲ ਬੜਾ ਸਤਿਕਾਰਯੋਗ ਜੀ ਹੈ। ਜੀ ਜੀ ਜਿੱਥੇ ਇੱਕ ਪਾਸੇ ਅਸੀਂ ਸੰਤ ਮਹਾਂਪੁਰਖਾਂ ਜੀ ਜੀ ਦੀ ਵਡਿਆਈ ਦੀ ਗੱਲ ਕਰਦੇ ਹਾਂ, ਜੀ। ਬ੍ਰਹਮ ਗਿਆਨੀ ਦੀ ਗੱਲ ਕਰਦੇ ਹਾਂ, ਜੀ ਉੱਥੇ ਸ਼ਹਾਦਤ ਸ਼ਬਦ ਵੀ ਸਾਡੇ ਵਾਸਤੇ ਬੜਾ ਸਤਿਕਾਰਯੋਗ ਹੈ। ਜੀ 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 ਔਰ ਬਿਲਕੁਲ ਇਹ ਸ਼ਹਾਦਤ ਸ਼ਬਦ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਜੀ ਬਾਣੀ ਵਿੱਚ ਵੀ ਹੈ, ਜੀ ਤੇ ਥਾਂ ਥਾਂ ਤੇ ਗੁਰਬਾਣੀ ਜਿਹੜੀ ਹੈ ਜੀ। ਸਾਨੂੰ ਜਿੱਥੇ ਜਿਉਣ ਦੀ ਗੱਲ ਸਿਖਾ ਰਹੀ ਹੈ ਜੀ। ਤੇ ਉੱਥੇ ਮਰਨ ਦਾ ਤਰੀਕਾ ਵੀ ਦੱਸ ਰਹੀ ਹੈ। ਬਿਲਕੁਲ ਠੀਕ ਹੈ ਜੀ। ਤੇ ਇਹ ਵੀ ਕਿਹਾ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਕੀ ਛੱਡ ਆਸ ਜੀ ਹੋਏ ਸਭਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਜਿੱਥੇ ਜੀਵਨ ਦੀ ਜਾਚ ਸਿਖਾ ਰਹੀ ਹੈ ਜੀ। ਉੱਥੇ ਧਰਮ ਕਮਾਉਣ ਵਾਸਤੇ, ਜੀ ਸੱਚ ਕਮਾਉਣ ਵਾਸਤੇ ਜੀ ਜੀ ਜਿਹੜਾ ਹੈ ਉਹ ਮਰਨ ਦੀ ਜਾਂਚ ਵੀ ਸਿਖਾਈ ਗਈ ਹੈ। ਜੀ। ਇੱਕ ਨਿਰਾਲਾ ਪੰਥ, ਇਸੇ ਕਰਕੇ ਇਸ ਨੂੰ ਨਿਰਾਲਾ ਪੰਥ ਕਹਿੰਦੇ, ਜੀ ਬਿਲਕੁਲ ਇਸੇ ਕਰਕੇ ਇਸ ਨੂੰ ਖਾਲਸਾ ਪੰਥ ਕਹਿੰਦੇ ਆ, ਜੀ। ਕਿਉਂਕਿ ਇਹ ਬਿਲਕੁਲ ਪਿਓਰ ਹੈ ਜੀ, ਆਪਣੇ ਆਪ, ਕੋਈ ਮਿਲਾਵਟ ਨਹੀਂ ਹੈਗੀ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਹਾਡੇ ਕੋਲ ਅਸੀਂ ਸ਼ਹਾਦਤ ਦੇ ਅਰਥ ਜਿਹੜੇ ਆ ਉਹ ਸਮਝੇ ਆ, ਤੇ ਨਾਲ ਦੀ ਨਾਲ ਸ਼ਹਾਦਤ ਦੀ ਗੱਲ ਜਿਹੜੀ ਉਹ ਕਰਾਂਗੇ, ਪਰ ਥੋੜਾ ਜਿਹਾ ਮੈਂ ਇਹ ਜਾਣਨਾ ਚਾਹੂੰਗਾ, ਪੰਚਮ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਹੜੇ ਕਾਰਜ ਕੀਤੇ ਆ, ਉਹਨਾਂ ਦੇ ਉੱਤੇ ਵੀ ਥੋੜਾ ਜਿਹਾ ਸੰਖੇਪ ਦੇ ਵਿੱਚ ਚਾਨਣਾ ਜਿਹੜਾ ਉਹ ਜ਼ਰੂਰ ਪਾਓ, ਕਿਉਂਕਿ ਸੰਗਤਾਂ ਜਿਹੜੀਆਂ ਆ ਉਹ ਜਾਣ ਸਕਣ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ, ਤੇ ਸਿੱਖ ਧਰਮ ਦੇ ਅੰਦਰ ਪਹਿਲੀ ਸ਼ਹਾਦਤ ਜਿਹੜੀ ਆ ਉਹ ਉਹਨਾਂ ਦੀ ਹੀ ਹੋਈ ਆ, ਤੇ ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਕਾਰਜ ਕੀਤੇ ਆ, ਉਹਨਾਂ ਦੀ ਜਾਣਕਾਰੀ ਵੀ ਬੜੀ ਮਹੱਤਵਪੂਰਨ ਆ ਕਿ ਉਹ ਵੀ ਸੰਗਤਾਂ ਜਿਹੜੀਆਂ ਜਾਂ ਯੂਥ ਜਿਹੜਾ ਆ, ਬੱਚੇ ਜਿਹੜੇ ਆ ਉਹ ਜਾਣਨ। ਵੇਖੋ, ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜੀ ਇਹਨਾਂ ਦੇ ਪਿਤਾ ਜੀ ਹਾਂਜੀ ਗੁਰੂ ਰਾਮਦਾਸ ਜੀ, ਜੀ ਮਾਤਾ ਜੀ ਦਾ ਨਾਂ ਜੀ ਬੀਬੀ ਭਾਨੀ ਜੀ। ਬਿਲਕੁਲ ਮੈਂ ਤਾਂ ਕਈ ਵਾਰ ਸੋਚਦਾ ਕਿ ਇਹ ਜਿਹੜੇ ਸ਼ਬਦ ਨੇ ਨਾ, ਇਹ ਨਾਮ ਨੇ ਨਾ, ਜੀ ਜੀ ਇਹ ਸ਼ਾਇਦ ਧੁਰੋਂ ਹੀ ਇਦਾਂ ਬਣ ਕੇ ਆਏ ਸੀ। ਬਿਲਕੁਲ ਬਿਲਕੁਲ ਹੋਰ ਉਹਨਾਂ ਦੇ ਵਿਵਹਾਰ, ਜੀ। ਉਹਨਾਂ ਦੇ ਆਚਾਰ, ਜੀ ਉਹਨਾਂ ਦੇ ਜੀਵਨ ਜਾਚ ਹਾਂਜੀ ਦੀ ਸਾਰੀ ਸ਼ੈਲੀ ਜੀ ਉਹਨਾਂ ਦੇ ਨਾਮ ਦੇ ਵਿੱਚ ਲੁਕੀ ਹੋਈ ਹੈ ਬਿਲਕੁਲ ਸਾਰੀ। ਜੀ ਬੀਬੀ ਭਾਨੀ ਜੀ, ਜੀ ਮਾਤਾ ਜੀ, ਜੀ ਜੀ ਹੈਂ? ਬਿਲਕੁਲ ਹੋਰ ਬੀਬੀ ਭਾਨੀ ਦਾ ਜੀ ਜਿਹੜਾ ਜਾਇਆ ਹੈ ਜੀ ਗੁਰੂ ਅਰਜਨ ਪਾਤਸ਼ਾਹ, ਜੀ ਹਾਂਜੀ ਹੈ, ਜੀ ਜੀ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੇ ਹੈਗੇ ਨੇ, ਜੀ ਉਹ ਮੈਂ ਸੋਚਦਾ ਕਿ ਜਿੱਦਾਂ ਉਹ ਗੁੜਤੀ ਦਿੱਤੀ ਹੈ ਨਾ ਭਾਣੇ ਦੇ ਵਿੱਚ ਰਹਿਣ ਦੀ, ਹਾਂਜੀ ਹਾਂਜੀ, ਜੀ ਇਸ ਤੋਂ ਵੱਡੀ ਜਿਹੜੀ ਹੈ ਨਾ ਗੁੜਤੀ ਹੋਰ ਕੋਈ ਨਹੀਂ ਹੈਗੀ। ਬਿਲਕੁਲ ਹੋਰ ਗੁਰੂ ਅਰਜਨ ਪਾਤਸ਼ਾਹ ਹਾਂਜੀ। ਸ਼ੁਰੂ ਤੋਂ ਹੀ, ਜੀ ਬਚਪਨ ਤੋਂ ਹੀ ਹਾਂਜੀ ਇਹਨਾਂ ਨੂੰ ਜਿਹੜੀ ਗੁਰਸਿੱਖੀ ਦੀ ਜਾਂਚ, ਜੀ ਗੁੜਤੀ, ਗੁਰੂ ਅਮਰਦਾਸ ਜੀ ਜੋ ਇਹਨਾਂ ਦੇ ਨਾਨਾ ਜੀ ਸੀਗੇ, ਬਿਲਕੁਲ ਹਾਂਜੀ, ਜੀ ਉਹਨਾਂ ਨੇ ਇਹ ਬਖਸ਼ਿਸ਼ ਕੀਤੀ, ਹਾਂਜੀ, ਜੀ ਤੇ ਦੋਤਾ ਬਾਣੀ ਕਾ ਬੋਤਾ, ਬੋਇਤਾ ਹਾਂਜੀ। ਬਿਲਕੁਲ ਹੋਰ ਇਸੇ ਚਲਦਿਆਂ ਜੀ ਜਿਸ ਵੇਲੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ, ਜੀ ਉਹਦੇ ਬਾਅਦ ਗੁਰੂ ਸਾਹਿਬ ਨੇ ਸਰੋਵਰ ਤਾਂ ਗੁਰੂ ਰਾਮਦਾਸ ਜੀ ਨੇ ਤਿਆਰ ਕਰਤਾ ਜੀ ਅੰਮ੍ਰਿਤਸਰ ਦਾ। ਬਿਲਕੁਲ ਸੱਚੇ ਪਾਤਸ਼ਾਹ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਜੀ ਆਪ ਕਰਵਾਈ, ਜੀ ਜੀ ਉਹ ਸਾਈਂ ਮੀਆਂ ਮੀਰ ਦੇ ਕੋਲੋਂ ਬਿਲਕੁਲ ਇਹਦਾ ਨਹੀਂ ਰਖਵਾਇਆ। ਬਿਲਕੁਲ ਬਿਲਕੁਲ ਜੀ ਹੋਰ ਇਹ ਡਿਜ਼ਾਈਨਿੰਗ ਵੀ ਸੱਚੇ ਪਾਤਸ਼ਾਹ ਦੀ ਹੈ ਜੀ ਆਪ। ਜੀ ਮੈਂ ਸੋਚਦਾ ਕਿ ਉਸ ਵੇਲੇ ਯੂਨੀਵਰਸਿਟੀਆਂ ਨਹੀਂ ਸੀ, ਕੋਈ ਆਰਕੀਟੈਕਟ ਨਹੀਂ ਹੁੰਦੇ ਸੀਗੇ, ਬਿਲਕੁਲ ਹੈਂ? ਜੀ 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 ਹੋਰ ਉਹ ਆਰਕੀਟੈਕਟ ਜੀ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ, ਹਾਂਜੀ ਉਸ ਆਰਕੀਟੈਕਟ ਦੇ ਵਿੱਚੋਂ ਜੀ ਆਪਣੇ ਆਪ ਦੇ ਵਿੱਚ ਇੱਕ ਅਲੌਕਿਕ ਸੰਦੇਸ਼ ਮਿਲਦਾ ਪਿਆ, ਜੀ ਬਿਲਕੁਲ ਇੱਕ ਐਸਾ ਵਰਤਾਰਾ ਹੈ। ਬਿਲਕੁਲ ਉਹਦੀ ਅੱਜ ਵੀ ਕਾਪੀ ਜਿਹੜੀ ਆ ਉਹ ਕਈ ਜਗ੍ਹਾ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੀ ਹਰਿਮੰਦਰ ਸਾਹਿਬ ਦੀ ਕਾਪੀ ਕਰ ਲਈ। ਬਿਲਕੁਲ ਹੈਂ? ਬਿਲਕੁਲ ਉਸ ਵੇਲੇ ਕੋਈ ਇਹੋ ਜਿਹਾ ਆਰਕੀਟੈਕਟ ਨਹੀਂ ਸੀਗਾ, ਬਿਲਕੁਲ ਜੀ, ਕਿ ਜਿਹੜਾ ਕਿ ਉਹਨਾਂ ਨੂੰ ਕੋਈ ਦੇਣ ਵਾਲਾ ਹੋਏ, ਹਾਂਜੀ। ਲੇਕਿਨ ਇਹ ਧੁਰੋਂ ਹੀ ਸਾਰਾ ਕੁਝ ਸੀਗਾ, ਬਿਲਕੁਲ ਅਕਾਲ ਪੁਰਖ ਦੇ ਘਰੋਂ ਹੀ ਜੀ। ਇਹ ਡਿਜ਼ਾਈਨਿੰਗ ਹੋ ਕੇ ਆਈ ਹੈ, ਜੀ ਹਾਂਜੀ, ਜੀ ਕਿਉਂਕਿ ਗੁਰੂ ਪਾਤਸ਼ਾਹ ਆਪ ਪਰਮੇਸ਼ਵਰ ਦਾ ਰੂਪ ਸੀਗੇ। ਬਿਲਕੁਲ ਜੀ ਭੱਟਾ ਨੇ ਇਹ ਗੱਲ ਕਹੀ ਹੈ, ਜੀ ਹਾਂਜੀ। ਤੋਂ ਹਰਿਮੰਦਰ ਸਾਹਿਬ ਦੀ ਬਖਸ਼ਿਸ਼, ਜੀ ਜਿਹਦੇ ਕਿ 4 ਦਰਵਾਜ਼ੇ
हाँ जी। ਨਾਰਥ ਈਸਟ ਵੈਸਟ ਸਾਊਥ ਜੀ ਸਾਰੇ ਧਰਮਾਂ ਵਾਸਤੇ ਖੁੱਲੇ। ਬਿਲਕੁਲ ਫਿਰ ਜਿਹੜਾ ਰਸਤਾ ਦਿੱਤਾ ਜੀ ਉਹ ਸਾਰਿਆਂ ਨੂੰ ਦੱਸਤਾ ਕਿ ਤੁਸੀਂ ਚਾਰ ਚੁਫੇਰੇ ਜਿੱਥੋਂ ਮਰਜ਼ੀ ਆ ਜਾਓ ਜੀ ਹੈ। ਜੀ ਅਕਾਲ ਪੁਰਖ ਦੇ ਘਰ ਨੂੰ ਜਾਣ ਨੂੰ, ਸੱਚਖੰਡ ਨੂੰ ਜਾਣ ਨੂੰ ਰਸਤਾ ਸਾਰਿਆਂ ਦਾ ਕਾਮਨ ਹੈ। ਬਿਲਕੁਲ ਬਿਲकुल ਬਹੁਤ ਵੱਖਰੇ ਵੱਖਰੇ ਰਸਤੇ ਨਹੀਂ ਜੀ ਹੈਗੇ। ਜੀ ਬਿਲकुल ਵੱਖਰੇ ਵੱਖਰੇ ਰਸਤੇ ਨਹੀਂ ਜੀ, ਹੈਗੇ। ਜੀ। ਇਹ ਸਾਰਿਆਂ ਨੂੰ ਇੱਕੋ ਹੀ ਰਸਤੇ ਜਾਣਾ ਪੈਣਾ। ਜੀ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜੱਜ ਵਾਲਿਆ। ਬਿਲकुल ਠੀਕ ਹੈ। ਇੱਕ ਐਸਾ ਸੱਚਖੰਡ ਦੇ ਦਿੱਤਾ, ਧਰਤੀ ਤੇ ਸੱਚਖੰਡ ਬਣਾਤਾ ਬਿਲਕੁਲ। ਸੱਚੇ ਪਾਤਸ਼ਾਹ। ਜੀ, ਜੀ। ਕਿੱਡੀ ਵੱਡੀ ਸਾਨੂੰ ਦੇਣ ਹੈ ਬਿਲਕੁਲ ਮਨੁੱਖਤਾ ਨੂੰ ਬਹੁਤ ਦੇਣ ਵੱਡੀ ਮਨੁੱਖਤਾ ਨੂੰ ਹੈ। ਦੇਣ। ਜਿੱਥੇ ਸਿੱਖ ਧਰਮ ਨੂੰ ਦੇਣ ਹੈ ਹਾਂਜੀ ਉੱਥੇ ਮੈਂ ਸੋਚਦਾ ਜੀ ਕਿ ਪੂਰੀ ਬ੍ਰਹਮੰਡ ਨੂੰ, ਜੀ ਪੂਰੀ ਮਨੁੱਖਤਾ ਨੂੰ ਜੀ ਇਹ ਦੇਣ ਹੈਗੀ ਹੈ ਬੜੀ ਜੀ ਵੱਡੀ। ਬਿਲकुल ਫਿਰ ਉਹਦੇ ਬਾਅਦ ਜੀ ਸੱਚੇ ਪਾਤਸ਼ਾਹ ਨੇ ਆਪ ਅਕਾਲ ਪੁਰਖ ਨੂੰ ਚੌਂਕੜਾ ਮਾਰ ਕੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਜੀ ਬਿਲकुल ਉੱਥੇ ਵਿਰਾਜਮਾਨ ਕਰਤਾ। ਜੀ ਆਪ ਸੰਪਾਦਨਾ ਹਾਂਜੀ ਕੀਤੀ, ਬਿਲकुल ਆਪ ਸੰਪਾਦਨਾ ਕੀਤੀ। ਸੰਪਾਦਨਾ ਕੀਤੀ ਬਿਲकुल। ਮੈਂ ਕਿਸੇ ਧਰਮ ਦੀ ਆਲੋਚਨਾ ਨਹੀਂ ਕਰ ਰਿਹਾ, ਜੀ ਨਾ ਸਾਡਾ ਇਹ ਧਰਮ ਹੈ ਜੀ। ਕਿ ਅਸੀਂ ਕਿਸੇ ਦੀ ਆਲੋਚਨਾ ਬਿਲਕੁਲ, ਕਰੀਏ। ਬਿਲਕੁਲ। ਲੇਕਿਨ ਜਦ ਕੋਈ ਕੰਪੈਰੀਜ਼ਨ ਦੀ ਗੱਲ ਆਏਗੀ ਨਾ ਜੀ 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 ਤਾਂ ਉਸ ਕੰਪੈਰੀਜ਼ਨ ਨੂੰ ਅਸੀਂ ਜ਼ਰੂਰ ਕਹਿ ਸਕਦੇ ਹਾਂ ਜੀ ਕਿ ਜਿੰਨੇ ਵੀ ਬਾਕੀ ਧਰਮਾਂ ਦੇ ਗ੍ਰੰਥ ਨੇ, ਜੀ ਠੀਕ ਹੈ, ਉਹ ਉਹਨਾਂ ਦੇ ਧਾਰਮਿਕ ਆਗੂਆਂ ਦੇ ਬਾਅਦ ਲਿਖੇ ਗਏ ਨੇ। ਜੀ ਜੀ ਬਿਲकुल ਠੀਕ ਹੈ। ਬਿਲकुल ਇੱਥੇ ਸੱਚੇ ਪਾਤਸ਼ਾਹ ਨੇ ਆਪ ਸੰਪਾਦਨਾ ਜੀ। ਕਰਕੇ ਆਪਣੇ ਅੱਖੀ ਲਿਖਵਾ ਕੇ ਜੀ। ਸਾਰਾ ਕੁਝ ਕਰਾ ਜੀ, ਜੀ, ਕਰਕੇ ਜੀ। ਮੋਹਰ ਲਾਤੀ ਬਿਲकुल ਸੱਚੇ ਪਾਤਸ਼ਾਹ ਨੇ। ਬਿਲकुल ਹੈ ਜੀ। ਜੀ, ਔਰ ਜੀ। ਆਪ ਉਸ ਨੂੰ ਆ ਕਰਕੇ ਇੱਥੇ ਪ੍ਰਕਾਸ਼ਮਾਨ ਕਰਾਇਆ। ਬਿਲकुल ਕਿੱਡੀ ਵੱਡੀ ਇੱਕ ਮਨੁੱਖਤਾ। ਤੇ ਪ੍ਰਭ ਸਾਹਿਬ ਸਿੱਖ ਧਰਮ ਦੀ ਇੱਕ ਕਹਿ ਲਿਆ ਜਾਵੇ ਕਿ ਮਹਾਨਤਾ ਆ ਕਿ ਜਿੰਨੇ ਵੀ ਗੁਰੂ ਸਾਹਿਬ ਹੋਏ ਉਹਨਾਂ ਨਾਲ ਦੇ ਨਾਲ ਜਿਹੜਾ ਗ੍ਰੰਥ ਸੀਗਾ ਉਹਦੇ ਵਿੱਚ ਬਾਣੀ ਜਿਹੜੀ ਆ ਉਹ ਨਾਲ ਦੇ ਨਾਲ ਚੱਲਦੀ ਰਹੀ, ਦਰਜ ਹੁੰਦੀ ਗਈ, ਜੀ ਜੀ ਇਕੱਠੀ ਹੁੰਦੀ ਗਈ, ਜੀ ਉਹਦਾ ਸੰਕਲਨ ਹੁੰਦਾ ਗਿਆ ਜੀ। ਤੇ ਬਾਅਦ ਦੇ ਵਿੱਚ ਸੰਪਾਦਨਾ ਜਿਹੜੀ ਹੈ ਸੱਚੇ ਪਾਤਸ਼ਾਹ ਆਪ ਕਰਵਾ ਰਹੇ ਨੇ। ਜੀ ਬਿਲकुल ਠੀਕ ਹੈ। ਜਿਸ 'ਚ ਭਗਤਾਂ ਦੀ ਬਾਣੀ ਵੀ ਹੈ, ਜਿਸ 'ਚ ਭੱਟਾਂ ਦੀ ਬਾਣੀ ਵੀ ਹੈ, ਜੀ। ਗੁਰਸਿੱਖਾਂ ਦੀ ਬਾਣੀ ਵੀ ਹੈ, ਇਹ ਸਾਰਾ ਕੁਝ। ਜੀ ਹੁਣ ਇਹ ਸਾਰਾ ਕੁਝ ਜੇ ਆਪਾਂ ਸੋਚੀਏ ਜੀ ਤਾਂ ਮੈਨੂੰ ਇਹਦਾ ਲੱਗਦਾ ਹੈ ਕਿ ਇਹ ਅਕਾਲ ਪੁਰਖ ਦੇ ਵੱਲੋਂ ਇੱਕ ਮਿੱਥਿਆ ਹੋਇਆ ਪ੍ਰੋਗਰਾਮ ਸੀਗਾ। ਜੀ ਬਿਲकुल ਇਹ ਨਹੀਂ ਸੀਗਾ ਘਟਨਾਵਾਂ ਦੇ ਵਿੱਚੋਂ ਕੋਈ ਗੱਲ ਨਹੀਂ ਨਿਕਲੀ। ਬਿਲकुल ਇਹ ਅਕਾਲ ਪੁਰਖ ਵੱਲੋਂ ਮਿੱਥਿਆ ਹੋਇਆ ਪ੍ਰੋਗਰਾਮ ਸੀਗਾ। ਜੀ। ਔਰ ਉਹ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਜੀ। ਸ਼੍ਰੀ ਹਰਿਮੰਦਰ ਸਾਹਿਬ ਦੀ, ਜੀ। ਦਰਬਾਰ ਸਾਹਿਬ ਦੀ ਇੱਥੇ ਸਾਨੂੰ ਸਥਾਪਨਾ ਹੁੰਦੀ ਹੈ ਜੀ। ਤੇ ਨਾਲ ਹੀ ਨਾਲ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਅਕਾਲ ਪੁਰਖ ਦੀ ਜੋਤ ਜੀ ਆਪ ਅਕਾਲ ਪੁਰਖ ਇਹ 'ਚ ਵਿਰਾਜਮਾਨ ਨੇ, ਜੀ। ਇਹ 'ਚ ਗੁਰੂ ਸਾਹਿਬ ਵਿਰਾਜਮਾਨ ਨੇ। ਇਹ ਸਾਨੂੰ ਗੁਰੂ ਸਾਹਿਬ ਨੇ ਬਿਲਕੁਲ। ਬੜੀ ਵੱਡੀ ਮਨੁੱਖਤਾ ਦੇ ਕਲਿਆਣ ਵਾਸਤੇ ਜੀ। ਔਰ ਉਸ ਅਕਾਲ ਪੁਰਖ ਨਾਲ ਮਿਲਣ ਦਾ ਇੱਕ ਜਰੀਆ ਦੱਸਦਾ। ਜੀ ਜੀ ਇਹ ਜਰੀਆ ਇਹੋ ਹੀ ਹੈ, ਹੋਰ ਕੋਈ ਜਰੀਆ ਦੁਨੀਆ 'ਚ ਹੈ ਨਹੀਂ। ਜੀ ਜੀ ਔਰ ਉਹਦੇ ਵਿੱਚ ਨਾਮ ਜਪੋ ਵੀ ਆ ਗਿਆ, ਜੀ। ਕਿਰਤ ਕਰੋ ਵੀ ਆ ਗਿਆ, ਜੀ, ਜੀ। ਤੇ ਵੰਡ ਵੰਡ ਕੇ ਛਕੋ ਵੀ ਆ ਛਕੋ। ਗਿਆ, ਤੇ ਸੱਚੇ ਹੀ ਸੱਚ ਨਿਬੜੇ ਵਾਲੀ ਗੱਲ ਵੀ ਆ ਗਈ। ਜੀ ਜੀ ਬਿਲकुल ਤੋ ਇਹ ਸਾਨੂੰ ਇੱਕ ਬੜੀ ਵੱਡੀ ਸੱਚੇ ਪਾਤਸ਼ਾਹ ਨੇ ਜੀ ਬਖਸ਼ਿਸ਼ ਜੀ। ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਜੀ ਜੀ ਹਰਿਮੰਦਰ ਸਾਹਿਬ ਦੀ ਰਚਨਾ ਆ ਗਈ, ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਗਈ। ਜੀ ਫਿਰ ਜੀ ਗੁਰੂ ਸਾਹਿਬ ਸਾਨੂੰ ਇਸ ਦੇ ਨਾਲ ਇਹ ਵੀ ਦੱਸ ਰਹੇ ਨੇ, ਹਾਂਜੀ ਜੇ ਸਾਈਂ ਮੀਆਂ ਮੀਰ ਦੀ ਮੈਂ ਗੱਲ ਕਰਾਂ ਨਾ, ਹਾਂਜੀ ਜਿਹਨਾਂ ਕੋਲੋਂ ਸਥਾਪਨਾ ਕਰਵਾਈ ਹੈ, ਜੀ 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 ਤਾਂ ਮੈਂ ਇੱਥੇ ਐਡ ਕਰਦੇ ਹਾਂ ਹਾਂਜੀ ਕਿ ਸ਼ਾਇਦ ਹੀ ਦੁਨੀਆ ਦੇ ਇਤਿਹਾਸ ਵਿੱਚ, ਮੈਂ ਤਾਂ ਪੜ੍ਹਿਆ ਜਿੱਥੇ ਵੀ, ਜੀ ਕਿਧਰੇ ਐਸਾ ਨਹੀਂ ਦੇਖਣ ਨੂੰ ਨਹੀਂ ਮਿਲਿਆ ਹਾਂਜੀ ਜੀ 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 ਕਿ ਕਿਸੇ ਦੂਸਰੇ ਧਰਮ ਦੇ ਵਿਅਕਤੀ ਨੇ, ਜੀ। ਗੁਰੂ ਨੇ, ਰਹਿਬਰ ਨੇ, ਜੀ 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 ਕਿਸੇ ਹੋਰ ਹੋਰ ਧਰਮ ਧਰਮ ਦੇ ਦੇ ਰਹਿਬਰ ਨੂੰ ਜਾਂ ਜੀ। ਗੁਰੂ ਨੂੰ ਜਾਂ ਪੀਰ ਨੂੰ, ਪੈਗੰਬਰ ਨੂੰ, ਸੇਂਟ ਨੂੰ ਜੀ ਇਨਵਾਈਟ ਕੀਤਾ ਹੋਏ ਕਿ ਇਹ ਆ ਕੇ ਕਰੋ। ਜੀ ਤੋ ਇਸ ਤੋਂ ਵੱਡੀ ਐਗਜ਼ਾਮਪਲ ਬਿਲकुल ਜਿਹੜੀ ਹੈ ਜੀ। ਬਰਾਬਰਤਾ ਦੀ, ਇਕੁਐਲਿਟੀ ਦੀ, ਜੀ ਰਿਲੀਜੀਅਸ ਟੋਲਰੈਂਸ ਦੀ, ਜੀ। ਜਿਹਦੀ ਕਿ ਅੱਜ ਬਹੁਤ ਵੱਡੀ ਲੋੜ ਹੈ, ਜੀ 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 ਬਿਲकुल ਜਿਹਦੇ ਕਰਕੇ ਆ ਸਾਰਾ ਸੰਤਾਪ ਹੋ ਰਿਹਾ। ਬਿਲकुल ਠੀਕ ਹੈ। ਚਾਹੇ ਉਹ ਹਿੰਦੁਸਤਾਨ ਹੈ, ਜੀ, ਜੀ। ਇੱਥੇ ਵੀ ਇਹੋ ਬਿਮਾਰੀ ਹੈ ਕਿ ਹਿੰਦੂ ਬਰਦਾਸ਼ਤ ਨਹੀਂ ਕਰ ਰਿਹਾ ਮੁਸਲਮਾਨ ਨੂੰ, ਜੀ ਮੁਸਲਮਾਨ ਬਰਦਾਸ਼ਤ ਨਹੀਂ ਕਰ ਰਿਹਾ ਹਿੰਦੂ ਨੂੰ, ਜੀ ਕ੍ਰਿਸਚਨ ਬਰਦਾਸ਼ਤ ਨਹੀਂ ਕਰ ਰਿਹਾ ਮੁਸਲਿਮ ਨੂੰ, ਜੀ। ਮੁਸਲਿਮ ਬਰਦਾਸ਼ਤ ਨਹੀਂ ਕਰ ਰਿਹਾ ਕ੍ਰਿਸਚਨ ਨੂੰ। ਜੀ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਹੀ ਹੈ ਜੋ ਸਾਰਿਆਂ ਨੂੰ ਬਰਦਾਸ਼ਤ ਕਰਦਾ ਜੀ। ਹੈ। ਸੋ ਰਿਲੀਜੀਅਸ ਟੋਲਰੈਂਸ ਦੀ ਜੇ ਕੋਈ ਗੱਲ ਵੇਖਣੀ ਜੀ। ਹੈ ਤਾਂ ਉਹ ਕੇਵਲ ਤੇ ਕੇਵਲ ਬਿਲਕੁਲ। ਮੈਂ ਸੋਚਦਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੀ। ਜਾਂ ਗੁਰੂ ਘਰ ਦੇ ਵਿੱਚ ਹੀ ਸਾਨੂੰ ਇਹ ਮਿਲਦੀ ਜੀ। ਹੈ। ਸੋ ਮੈਂ ਇੱਕ ਇੱਥੇ ਗੱਲ ਹੋਰ ਕਹਿਣਾ ਚਾਹਾਂਗਾ ਹਾਂਜੀ। ਤੁਹਾਡੇ ਦਰਸ਼ਕਾਂ ਨਾਲ। ਜੀ ਗੁਰੂ ਅਰਜਨ ਪਾਤਸ਼ਾਹ ਨੇ ਜੀ ਜਿੱਥੇ ਸਾਨੂੰ ਇਹ ਸਿਖਾਇਆ, ਨਾਲ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਨੇ ਜੀ ਸਾਨੂੰ ਨਿਮਰਤਾ ਅਤੇ ਭਾਣੇ ਵਿੱਚ ਰਹਿਣ ਦਾ ਵੀ
ਸੱਚੇ ਪਾਤਸ਼ਾਹ ਨੇ ਸਾਨੂੰ ਬਿਲਕੁਲ ਜਾਂਚ ਸਿਖਾਈ ਹੈ ਬਿਲकुल ਕਿ ਨਿਮਰਤਾ ਵਿੱਚ ਕਿਵੇਂ ਰਹਿਣਾ ਹੈ, ਭਾਣੇ ਵਿੱਚ ਵੀ ਕਿਵੇਂ ਰਹਿਣਾ ਹੈ ਜੀ, ਤੇ ਉਹਦੇ ਹੁਕਮ ਨੂੰ ਮੰਨਣਾ ਕਿਵੇਂ ਹੈ। ਆ ਬਿਲकुल ਬਿਲकुल ਇਹ ਸਾਰੀਆਂ ਗੱਲਾਂ ਜਿਹੜੀ ਗੁਰੂ ਸਾਹਿਬ ਦੇ ਨੇ ਯੋਗਦਾਨ ਦਿੱਤਾ। ਬਿਲकुल ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਕਰ ਰਹੇ ਆ, ਗੱਲਬਾਤ ਕਰ ਰਹੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਉੱਤੇ। ਤੇ ਪਹਿਲਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਸ਼ਹਾਦਤ ਦੇ ਅਰਥ, ਉਸ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੀ ਕਾਰਜ ਕੀਤੇ ਉਹ ਜਾਣੇ। ਤੇ ਪ੍ਰੈਸ ਸਾਹਿਬ ਦੇ ਨਾਲ ਹੁਣ ਕਰਦੇ ਹਾਂ ਅਸੀਂ ਗੱਲ ਸ਼ਹਾਦਤ ਦੀ, ਜਿਹੜਾ ਕਿ ਅੱਜ ਦਿਨ ਆ ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਆ ਉਹ ਹੁੰਦੀ ਆ। ਸੋ ਪ੍ਰੈਸ ਸਾਹਿਬ ਜਾਣਨਾ ਚਾਹਾਂਗੇ ਕਿ ਸ਼ਹਾਦਤ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਉਹਦਾ ਕਾਰਨ ਜਿਹੜਾ ਆ ਉਹ ਕੀ ਸੀਗਾ, ਕਿੱਥੋਂ ਇਹ ਗੱਲ ਜਿਹੜੀ ਆ ਉਹ ਸ਼ੁਰੂ ਹੋਈ ਤੇ ਫਿਰ ਉਹ ਸ਼ਹਾਦਤ ਤੱਕ ਜਿਹੜੀ ਆ ਉਹ ਪਹੁੰਚ ਗਈ, ਕੀ ਕਾਰਨ ਸਨ? ਮੈਂ ਇਸ਼ਾਰੇ ਮਾਤਰ ਹੁਣੇ ਇੱਕ ਗੱਲ ਕੀਤੀ ਹੈ ਜੀ, ਰਿਲੀਜੀਅਸ ਟੋਲਰੈਂਸ ਦੀ। ਜੀ, ਜੇ ਅੱਜ ਅਸੀਂ ਸੰਤਾਪ ਹੰਡਾ ਰਹੇ ਹਾਂ ਭਾਰਤ ਵਿੱਚ ਜੀ, ਤਾਂ ਉਸ ਵੇਲੇ ਵੀ ਇਹ ਸੰਤਾਪ ਸ਼ੁਰੂ ਹੋ ਗਿਆ ਸੀਗਾ। ਜੀ, ਅਕਬਰ ਦੇ ਸਮੇਂ ਤੱਕ ਜੀ, ਕੋਈ ਸਮੱਸਿਆ ਨਹੀਂ ਸੀਗੀ। ਜੀ, ਅਕਬਰ ਦੇ ਬਾਅਦ ਇਹ ਸਮੱਸਿਆ ਸ਼ੁਰੂ ਹੋ ਗਈ ਰਿਲੀਜੀਅਸ ਇਨਟੋਲਰੈਂਸ ਦੀ, ਜੀ, ਜਿੱਥੇ ਕਿ ਗੁਰੂ ਪਾਤਸ਼ਾਹ ਕੇਵਲ ਤੇ ਕੇਵਲ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਤੇ ਉਸ ਸੱਚੇ ਪਾਤਸ਼ਾਹ ਦੇ ਨਾਲ, ਅਕਾਲ ਪੁਰਖ ਦੇ ਨਾਲ ਲੋਕਾਂ ਨੂੰ ਜੋੜ ਰਹੇ ਸੀਗੇ, ਤਾਂ ਲਾਜ਼ਮੀ ਤੌਰ ਤੇ ਸਿੱਖ ਧਰਮ ਦਾ ਪ੍ਰਸਾਰ ਵੀ ਹੋ ਰਿਹਾ ਸੀ। ਕਿਧਰੇ ਵੀ ਐਸਾ ਨਹੀਂ ਹੋਇਆ ਸਿੱਖ ਧਰਮ ਦੇ ਵਿੱਚ, ਗੁਰੂ ਕਾਲ ਦੇ ਵਿੱਚ ਤੇ ਗੁਰੂ ਕਾਲ ਤੋਂ ਬਾਅਦ ਵੀ, ਕਦੀ ਕਿਸੇ ਨੂੰ ਲਾਲਚ ਦੇ ਕੇ ਜਾਂ ਡਰਾ ਕੇ, ਬਿਲਕੁਲ ਕੋਈ ਭੈ ਦੇ ਕੇ, ਖੌਫ ਦੇ ਕੇ, ਮਜਬੂਰ ਕਰਕੇ ਕਿਹਾ ਗਿਆ ਹੋਏ ਕਿ ਸਿੱਖ ਬਣ ਜਾਓ, ਬਿਲਕੁਲ ਐਸਾ ਕਿਧਰੇ ਵੀ ਨਹੀਂ ਹੋਇਆ। ਬਿਲਕੁਲ ਠੀਕ ਹੈ। ਲੇਕਿਨ ਹੁਕਮਰਾਨ ਜਿਸ ਵੇਲੇ ਖੁਦ ਕਲਰਡ ਗਲਾਸਿਸ ਪਾ ਲੈਂਦਾ ਨਾ, ਤਾਂ ਉਹਨੂੰ ਫਿਰ ਸਾਰੇ ਬੰਦੇ ਉਹੋ ਜਿਹੇ ਨਜ਼ਰ ਆਉਂਦੇ ਨੇ। ਜੀ ਹੈ, ਬਿਲਕੁਲ। ਮੈਂ ਜਿਹੋ ਜਿਹੀ ਐਨਕ ਪਾਵਾਂਗਾ ਨਾ, ਹੈ ਜਿਹੜਾ ਮੇਰੀ ਐਨਕ ਦਾ ਰੰਗ ਹੋਏਗਾ, ਮੈਨੂੰ ਅੱਗੇ ਨਜ਼ਰ ਉਹੋ ਜਿਹੇ ਰੰਗ ਨਜ਼ਰ ਆਉਣਗੇ ਸਾਰੇ। ਬਿਲਕੁਲ। ਹੁਕਮਰਾਨ ਨੇ ਜਿਸ ਵੇਲੇ ਇਹ ਐਨਕ ਚਾੜ ਲਈ ਕਿ ਬਈ ਜਨੂਨ ਦੀ, ਤਾਂ ਉਸ ਨੂੰ ਨਜ਼ਰ ਆਇਆ ਕਿ ਮੇਰਾ ਧਰਮ ਖਤਰੇ 'ਚ ਹੈ। ਸੋ ਪਹਿਲੀ ਗੱਲ ਤਾਂ ਇਹ ਸੀਗੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ, ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋਣੀ। ਇਹ ਉਸ ਵੇਲੇ ਹਕੂਮਤ ਦੇ ਸਾਹਮਣੇ ਇਹ ਚੀਜ਼ਾਂ ਆਉਣ ਲੱਗ ਪਈਆਂ ਕਿ ਬਈ ਇਹ ਤਾਂ ਧਰਮ ਦਾ ਪ੍ਰਸਾਰ ਹੋ ਰਿਹਾ। ਹੋਰ ਕੰਨ ਭਰਨ ਵਾਲੇ ਸੀਗੇ, ਕੰਨ ਭਰਨ ਵਾਲੇ ਸੀਗੇ। ਹਕੂਮਤ ਕਿਸੇ ਦੀ ਵੀ ਹੋਏ ਹੈ, ਹਮੇਸ਼ਾ ਕੰਨ ਭਰਨ ਵਾਲੇ ਤੇ ਚਾਪਲੂਸੀ ਕਰਨ ਵਾਲੇ ਹੁੰਦੇ ਨੇ। ਸੋ ਮੁੱਖ ਰੂਪ ਦੇ ਵਿੱਚ ਕਾਰਨ ਜਿਹੜੇ ਸੀਗੇ ਕਿ ਹੁਕਮਰਾਨਾਂ ਨੂੰ ਲੱਗਿਆ ਕਿ ਬਈ ਸਾਡਾ ਧਰਮ ਹੁਣ ਖਤਰੇ 'ਚ ਹੈ, ਸਾਡਾ ਧਰਮ ਖਤਰੇ 'ਚ ਹੈ। ਜਿੱਥੇ ਹਿੰਦੂ ਜਿਹੜੇ ਨੇ ਉਹ ਸਿੱਖ ਧਰਮ ਨੂੰ ਅਪਣਾ ਰਹੇ ਨੇ, ਉੱਥੇ ਨਾਲ ਦੇ ਨਾਲ ਮੁਸਲਿਮ ਵੀ ਜਿਹੜੇ ਨੇ ਉਹ ਵੀ ਸਿੱਖ ਧਰਮ ਨੂੰ ਸਹਿਜੇ ਅਪਣਾ ਰਹੇ ਨੇ। ਹੋਰ ਇਹ ਇੱਕ ਖਤਰੇ ਦੀ ਘੰਟੀ ਬਣ ਗਈ ਸੀ ਉਹਨਾਂ ਵਾਸਤੇ, ਬੜੀ ਵੱਡੀ। ਹੋਰ ਕਾਰਨ ਜਿਹੜੇ ਨੇ ਕੱਲਾ ਇੱਕ ਕਾਰਨ ਨਹੀਂ ਹੈਗਾ, ਉਹਦੇ ਵਿੱਚ ਇਹ ਵੀ ਹੈਗਾ ਹੈ ਕਿ ਉਸ ਵੇਲੇ ਸਫੀ ਸਰਵਰ ਮਤ ਸੀਗਾ ਇੱਕ, ਉਸ ਮਤ ਦੇ ਅਨੁਸਾਰ ਕਬਰਾਂ ਦੇ ਉੱਤੇ ਦੀਵੇ ਵਗੈਰਾ ਬਾਲੇ ਜਾਂਦੇ ਸੀਗੇ। ਇਹ ਆਪਣੇ ਚ ਕਿਸਮ ਦਾ ਮਤ ਸੀਗਾ। ਭਾਈ ਮੰਝ ਵੀ ਪਹਿਲਾਂ ਇਸੇ ਮਤ ਦੇ ਵਿੱਚੋਂ ਸੀਗੇ, ਸਫੀ ਸਰਵਰ ਮਤ ਤੋਂ। ਠੀਕ ਹੈ। ਹੋਰ ਉਸ ਮਤ ਨੂੰ ਜਿਸ ਵੇਲੇ ਲੱਗਿਆ ਕਿ ਸਾਨੂੰ ਢਾਹ ਲੱਗ ਰਹੀ ਹੈ, ਤੇ ਸਫੀ ਸਰਵਰ ਵਾਲੇ ਪਹਿਲਾਂ ਦੀਵੇ ਬਾਲਦੇ ਸੀਗੇ, ਬਾਅਦ ਦੇ ਵਿੱਚ ਕਲਮਾ ਪੜ੍ਹਾਉਂਦੇ ਸੀਗੇ। ਉਹਨਾਂ ਨੂੰ ਲੱਗਿਆ ਕਿ ਬਈ ਇਹ ਸਾਡੀ ਦੁਕਾਨਦਾਰੀ ਹੁਣ ਬੰਦ ਹੋ ਰਹੀ ਹੈ, ਸੱਚ ਦੀ ਦੁਕਾਨ ਚੱਲ ਰਹੀ ਹੈ। ਬੜਾ ਵੱਡਾ ਕਾਰਨ ਸੀ, ਬੜੀ ਵੱਡੀ ਸੈਟਬੈਕ ਸੀਗੀ ਹਕੂਮਤ ਨੂੰ। ਬਿਲਕੁਲ। ਕਿ ਸਾਡੇ ਮੁਸਲਿਮ ਧਰਮ ਦੇ ਵਿੱਚ ਇੱਕ ਪ੍ਰਕਾਰ ਦੇ ਨਾਲ, ਜਿੱਦਾਂ ਅੱਜ ਅਸੀਂ ਵਰਡ ਯੂਜ਼ ਕਰਦੇ ਹਾਂ ਨਾ, ਕਨਵਰਸ਼ਨ, ਉਹ ਦਰਅਸਲ ਦੇ ਵਿੱਚ ਉਹ ਸੱਚੇ ਪਾਤਸ਼ਾਹ ਦੀ ਭਾਵਨਾ ਤਾਂ ਕਨਵਰਸ਼ਨ ਵਾਲੀ ਨਹੀਂ ਸੀਗੀ। ਸੱਚੇ ਪਾਤਸ਼ਾਹ ਦੀ ਭਾਵਨਾ ਕੀ ਸੀਗੀ? ਸੱਚ ਦੇ ਨਾਲ ਜੋੜਨ ਵਾਲੀ ਭਾਵਨਾ ਸੀ। ਪਰ ਉਸ ਸਮੇਂ ਦੀ ਹਕੂਮਤ ਉਸ ਨੂੰ ਹੋਰ ਨਜ਼ਰੀਏ ਨਾਲ, ਉਸ ਸਮੇਂ ਦੀ ਹਕੂਮਤ ਜਿਹੜੀ ਸੀਗੀ, ਮੈਂ ਜਿਵੇਂ ਕਿਹਾ ਕਿ ਉਸੇ ਕਲਰਡ ਗਲਾਸਿਸ ਦੇ ਨਾਲ ਵੇਖਦੀ ਸੀਗੀ ਕਿ ਬਈ ਸਾਡੇ ਧਰਮ ਦੇ ਵਿੱਚੋਂ ਹੁਣ ਕਨਵਰਸ਼ਨ ਹੋ ਰਹੀ ਹੈ, ਸਹਿਜੇ ਲੋਕੀ ਜਿਹੜੇ ਨੇ ਉਹ ਦੂਜੇ ਪਾਸੇ ਜਾ ਰਹੇ ਨੇ। ਇੱਕ ਬਹੁਤ ਵੱਡਾ ਇੱਕ ਕਾਰਨ ਜਿਹੜਾ ਸੀਗਾ ਉਹ ਬਣਿਆ। ਦੂਜੀ ਗੱਲ, ਸਾਰਿਆਂ ਨੇ ਇਤਿਹਾਸ ਪੜ੍ਹਿਆ,
ਚੰਦੂ ਦਾ ਨਾਂ ਸੁਣਿਆ ਸਾਰਿਆਂ ਨੇ, ਬਿਲਕੁਲ ਠੀਕ ਹੈ ਜੀ। ਹੁਣ ਜਿਸ ਵੇਲੇ ਚੰਦੂ ਦੇ ਨਾਂ ਦੀ ਆਉਂਦੀ ਹੈ ਤੇ ਚੰਦੂ ਦੀ ਜਾਤ ਦੀ ਗੱਲ ਦੀ ਵੀ ਆਉਂਦੀ ਹੈ ਜੀ, ਮੈਂ ਸਪਸ਼ਟ ਕਰਾਂ, ਹਾਂਜੀ ਠੀਕ ਹੈ। ਤੇ ਹਮੇਸ਼ਾ ਹੀ ਇਹਨਾਂ ਨੇ ਜੀ ਡਬਲ ਰੋਲ ਅਦਾ ਕੀਤਾ, ਬਿਲਕੁਲ ਡਬਲ ਰੋਲ ਅਦਾ ਕੀਤਾ। ਉਧਰੋਂ ਹਕੂਮਤ ਦੀ ਚਾਪਲੂਸੀ, ਹਾਂਜੀ ਕੰਨ ਭਰਨੇ ਜੀ, ਤੇ ਚੰਦੂ ਵੀ ਇੱਕ ਕਾਰਨ ਬਣਿਆ ਜੀ ਸ਼ਹਾਦਤ ਦਾ, ਜੀ ਚੰਦੂ ਵੀ ਕਾਰਨ ਬਣਿਆ। ਹੋਰ ਉਸ ਵੇਲੇ ਜਿਹੜੇ ਇਹੋ ਜਿਹੇ ਲੋਕ ਸੀਗੇ ਨਾ, ਜੀ ਇਹ ਹੁਕਮਰਾਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਸ਼ਹੀਦ ਕਰੋ, ਜੀ ਇਸ ਤਰੀਕੇ ਦੇ ਨਾਲ ਇਹਨਾਂ ਤੋਂ ਜ਼ੁਲਮ ਕਰੋ। ਸਲਾਹਕਾਰ ਸੀਗੇ, ਬਿਲਕੁਲ ਜਿਵੇਂ ਅੱਜ ਵੀ ਉਵੇਂ ਹੀ ਚੱਲ ਰਿਹਾ, ਅੱਜ ਵੀ ਇਸੇ ਤਰੀਕੇ ਨਾਲ ਚੱਲ ਰਿਹਾ। ਜੀ ਅੱਜ ਸਾਡੀ ਸਿੱਖ ਕੌਮ ਦੇ ਵਿੱਚ ਜੀ ਪਗੜੀ ਧਾਰੀ ਚੰਦੂ ਬਹੁਤ ਨੇ, ਪਗੜੀ ਧਾਰੀ, ਜੀ ਕਿਵੇਂ ਬੰਦੀ ਸਿੰਘਾਂ ਨੂੰ ਹੋਰ ਅੰਦਰ ਰੱਖੋ, ਜੇ ਇਹ ਬਾਹਰ ਆ ਗਏ ਕਿਧਰੇ ਇਹ ਸਿਆਸੀ ਸੀਨ ਦੇ ਉੱਤੇ ਡੋਮੀਨੇਟ ਨਾ ਕਰਨ ਲੱਗ ਪੈਣ। ਜੀ ਸਾਡੇ ਪਗੜੀ ਧਾਰੀ ਜਿਹੜੇ ਚੰਦੂ ਨੇ ਨਾ, ਅੱਜ ਵੀ ਸਲਾਹਕਾਰ ਬਣੇ ਹੋਏ ਨੇ ਹੁਕੂਮਤ ਦਿੱਲੀ ਵਾਲਿਆਂ ਦੇ। ਜੀ 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 ਅੱਜ ਵੀ ਚੰਦੂ ਹੈਗੇ, ਬਿਲਕੁਲ ਹੈਗੇ ਨੇ, ਜੀ ਜੀ ਜਿਹਦੇ ਕਰਕੇ ਸਾਡੇ ਤੇ ਜ਼ੁਲਮ ਤੇ ਤਸੀਹੇ ਹੋ ਰਹੇ ਨੇ। ਜੀ ਫਿਰ ਇਤਿਹਾਸ ਦੇ ਵਿੱਚ ਗੱਲ ਇਹ ਵੀ ਆਉਂਦੀ ਹੈ, ਇੱਕ ਕਾਰਨ ਬਣਦਾ ਹੈ ਜੀ ਖੁਸਰੋ ਦਾ, ਜੀ ਜਿਹੜਾ ਕਿ ਜਹਾਂਗੀਰ ਦਾ ਬੇਟਾ ਸੀਗਾ। ਜੀ 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 ਪਿਓ ਪੁੱਤ ਦਾ ਝਗੜਾ ਹੈ। ਜੀ ਗੁਰੂ ਸਾਹਿਬ ਦਿਆਲੂ ਨੇ, ਗੁਰੂ ਸਾਹਿਬ ਕਿਰਪਾਲੂ ਨੇ, ਤੇ ਉਹਨਾਂ ਕੋਲ ਤਾਂ ਜਿਹੜਾ ਵੀ ਆਏਗਾ ਤੇ ਸਾਡਾ ਤਾਂ ਸਿਧਾਂਤ ਹੈ ਸ਼ਰਨ ਆਏ ਤੇ ਕੰਠ ਲਾਏ। ਬਿਲਕੁਲ ਹਾਂਜੀ ਜੀ। ਗੁਰੂ ਸਾਹਿਬ ਨੇ ਉਹਦੀ ਮਦਦ ਕੀਤੀ। ਮੈਂ ਸੰਖੇਪ ਵਿੱਚ ਕਾਰਨ ਦੱਸ ਰਿਹਾ। ਜੀ 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 ਗੁਰੂ ਸਾਹਿਬ ਨੇ ਉਹਦੀ ਮਦਦ ਕੀਤੀ, ਮਾਲੀ ਤੌਰ ਤੇ ਮਦਦ ਕੀਤੀ ਜੀ, ਤੇ ਉਹਨੂੰ ਇੱਕ ਪ੍ਰਕਾਰ ਦੇ ਨਾਲ ਗੱਲ ਨਾਲ ਵੀ ਲਾਇਆ, ਕਿਉਂਕਿ ਜਿਹੜਾ ਗੁਰੂ ਘਰ ਆ ਗਿਆ ਜੀ 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 ਉਹਦੀ ਤਾਂ ਹਰ ਪ੍ਰਕਾਰ ਦੇ ਨਾਲ ਮਦਦ ਕਰਨੀ। ਹੋਰ ਇਹ ਵੀ ਗੱਲਾਂ ਹੁਕਮਰਾਨਾਂ ਕੋ ਪਹੁੰਚੀਆਂ ਜੀ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਖੁਸਰੋ ਦੀ ਇਸ ਤਰੀਕੇ ਦੇ ਨਾਲ ਮਦਦ ਕਰ ਰਹੇ ਨੇ ਜੀ, ਹੈ। ਬਿਲਕੁਲ। ਤੇ ਜਿਹੜਾ ਹਕੂਮਤ ਦਾ ਬਾਗੀ ਹੋਏ ਭਾਵੇਂ ਪੁੱਤਰ ਕੋ ਨਾ ਹੋਏ, ਬਿਲਕੁਲ ਹੈ ਜੀ। ਮੈਂ ਅਗਰ ਕਿਸੇ ਭਗੌੜੇ ਗੁਰਸਿੱਖ ਨੂੰ ਜਿਹੜਾ ਸਰਕਾਰ ਵੱਲੋਂ ਵਾਂਟਡ ਹੈ, ਉਹਨੂੰ ਮੈਂ ਆਪਣੇ ਘਰ ਦੇ ਵਿੱਚ ਪਨਾਹ ਦੇ ਦਿਆਂ ਜੀ, ਤਾਂ ਥਾਣੇਦਾਰ ਆ ਕਰਕੇ ਪਹਿਲਾਂ ਕੇਸ ਮੇਰੇ ਤੇ ਪਾਏਗਾ ਜੀ, ਹੈ ਜੀ ਜੀ, ਤਾਂ ਬਿਲਕੁਲ। ਗੁਰੂ ਸਾਹਿਬ ਦੇ ਵੇਲੇ ਵੀ ਇਹ ਸੇਮ ਥਿਉਰੀ ਸੀਗੀ ਜੀ ਕਿ ਭਈ ਖੁਸਰੋ ਨੂੰ ਇਹਨਾਂ ਨੇ ਆਪਣੇ ਜਿਹੜੇ ਸਿਸਟਮ ਦੇ ਵਿੱਚ ਪਨਾਹ ਕਿਉਂ ਦਿੱਤੀ, ਜੀ, ਗੱਲ ਨਾਲ ਕਿਉਂ ਲਾਇਆ? ਸਾਡਾ ਤਾਂ ਸਿਧਾਂਤ ਹੀ ਆਇਆ ਜੀ, ਸਾਡੇ ਤੇ ਕਿਸੇ ਨਾਲ ਨਫ਼ਰਤ ਨਹੀਂ ਹੈਗੀ। ਬਿਲਕੁਲ। ਸੋ ਇਹ ਕੁਝ ਕਾਰਨ ਬਣੇ ਜੀ, ਜਿਹੜਾ ਕਾਰਨਾਂ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜੀ ਤਤੀਆਂ ਤਵੀਆਂ ਤੇ ਬਿਠਾਇਆ ਗਿਆ। ਜੀ, ਗੁਰੂ ਪਾਤਸ਼ਾਹ ਨੂੰ ਉੱਤੇ ਰੇਤ ਪਾਈ ਗਈ ਗਰਮ ਗਰਮ, ਜੀ ਜੀ, ਬਲਦੀ ਅੱਗ ਗਰਮ ਪਾਣੀ ਵਿੱਚ ਉਬਾਲਿਆ ਗਿਆ। ਲੇਕਿਨ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਅਡੋਲ ਅਵਸਥਾ ਦੇ ਵਿੱਚ ਜੀ, ਤੇਰਾ ਭਾਣਾ ਮਿੱਠਾ ਲੱਗੇ। ਜੀ, ਤੇਰਾ ਭਾਣਾ ਮਿੱਠਾ ਲੱਗੇ। ਜੀ, ਹੁਣ ਇੱਥੇ ਭਾਣੇ ਜਿਸ ਵੇਲੇ ਗੱਲ ਆਉਂਦੀ ਹੈ ਨਾ, ਹਾਂਜੀ, ਤੇ ਮੈਨੂੰ ਬੀਬੀ ਭਾਣੀ ਜੀ, ਮਾਤਾ ਜੀ ਚੇਤੇ ਆਉਂਦੇ ਨੇ। ਹੈ ਦਰਅਸਲ ਦੇ ਵਿੱਚ ਇਹ ਉਹਨਾਂ ਦੀ ਬਖਸ਼ੀ ਹੋਈ ਗੁੜਤੀ ਸੀਗੀ ਮਾਤਾ ਜੀ ਦੀ। ਜੀ ਜੀ, ਕਿ ਤੇਰਾ ਭਾਣਾ ਮਿੱਠਾ ਲੱਗੇ। ਉਹ ਗੁੜਤੀ ਜਿਹੜੀ ਸੀਗੀ ਉਹ ਤੱਤੀਆਂ ਲੋਹਾਂ ਤੇ ਬਹਿ ਕੇ ਵੀ, ਜੀ, ਦੇਗਾਂ ਵਿੱਚ ਉਬਲਦੇ ਵੀ, ਜੀ, ਉਹ ਆਪਣੇ ਉੱਤੇ ਗਰਮ ਗਰਮ ਰੇਤ ਪਵਾਉਂਦੇ ਵੀ, ਜੀ, ਸਰੀਰ ਬਿਲਕੁਲ ਜਿਹੜਾ ਸੀ ਨਾ ਖੂਨ ਸੜ ਗਿਆ ਸੀ। ਜੀ, ਹੋਰ ਇਤਿਹਾਸ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਜੀ, ਕਿ ਇਹ ਸਿਸਟਮ ਕਿਉਂ ਅਡਾਪਟ ਕੀਤਾ, ਐਸਾ ਸਿਸਟਮ ਕਿਉਂ ਅਡਾਪਟ ਕੀਤਾ, ਜਹਾਂਗੀਰ ਨੇ ਇਹ ਸਿਸਟਮ ਕਿਉਂ ਅਡਾਪਟ ਕੀਤਾ ਜੀ, ਕਿ ਭਈ ਕਿਉਂਕਿ ਸ਼ਹਾਦਤ ਤਾਂ ਜਿਹੜੀ ਸੀਗੀ ਉਹ ਤਾਂ ਉਹਨਾਂ ਨੂੰ ਹੋਰ ਵੀ ਬੜੇ ਤਰੀਕੇ ਦੇ ਨਾਲ ਤਸੀਹੇ ਦਿੱਤੇ ਜਾ ਸਕਦੇ ਸੀਗੇ। ਹੁਕੂਮਤਾਂ ਪ੍ਰਸਬ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਕਰਦੀਆਂ ਆ ਕਿ ਕੋਈ ਹੋਰ ਇਸ ਚੀਜ਼ ਨੂੰ ਵੇਖ ਕੇ ਜੁਰਤ ਨਾ ਕਰੇ, ਜੁਰਤ ਨਾ ਕਰੇ, ਜੁਰਤ ਨਾ ਕਰੇ। ਜੀ। ਹੋਰ ਇੱਥੇ ਮੈਂ ਇੱਕ ਗੱਲ ਕਹਾਂਗਾ, ਜੀ, ਇੱਕ ਕਤਲ ਕਰਨ ਦੀ ਇੱਕ ਪ੍ਰਣਾਲੀ ਉਸ ਵੇਲੇ ਮੌਜੂਦ ਸੀਗੀ ਯਾਸਾਤ ਸਿਸਟਮ ਦੇ ਮੁਤਾਬਕ। ਜੀ, ਇਸ ਯਾਸਾਤ ਸਿਸਟਮ ਦੇ ਮੁਤਾਬਕ ਜੀ, ਜਿਹਦੇ ਵਿੱਚ ਕਿ ਸ਼ਹੀਦ ਦੇ ਖੂਨ ਦਾ ਕਤਰਾ ਜੀ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਜੀ, ਜੇ ਇਹ ਜ਼ਮੀਨ ਤੇ ਡਿੱਗੇਗਾ ਤਾਂ ਇਹਦੇ ਵਿੱਚੋਂ ਹੋਰ ਸ਼ਹੀਦ ਪੈਦਾ ਹੋਣਗੇ, ਹੋਰ ਸ਼ਹੀਦ ਪੈਦਾ ਹੋਣਗੇ। ਜੀ, ਲੇਕਿਨ ਹੁਕੂਮਤਾਂ ਬੜੀਆਂ ਭੋਲੀਆਂ ਨੇ। ਜੀ, ਇੱਥੇ ਤਾਂ ਅਨੇਕਾਂ ਵਾਰ ਫਾਂਸੀ ਦੇ ਫੰਦਿਆਂ ਲਟਕੇ ਜੀ, ਖੂਨ ਫਿਰ ਵੀ ਨਹੀਂ ਡੁੱਲਿਆ। ਠੀਕ ਹੈ, ਉਹਨਾਂ ਸ਼ਹਾਦਤਾਂ ਤੋਂ ਵੀ ਪ੍ਰੇਰਣਾ ਲੈ ਲਈ ਗਈ। ਜੀ, ਜੀ,
ਤੱਤੀਆਂ ਲੋਹਾਂ ਤੇ ਬਹਿ ਗਏ ਸੱਚੇ ਪਾਤਸ਼ਾਹ ਜੀ ਖੂਨ ਨਹੀਂ ਡੁੱਲਿਆ ਲੇਕਿਨ ਉਹਦੇ ਬਾਅਦ ਸ਼ਹਾਦਤਾਂ ਦੀ ਇੱਕ ਲੜੀ ਲੱਗ ਗਈ ਜੀ ਲੜੀ ਲੱਗ ਗਈ ਜੀ ਜੀ ਤੇ ਇਸੇ ਕਰਕੇ ਸੱਚੇ ਪਾਤਸ਼ਾਹ ਨੂੰ ਹਾਂਜੀ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਜੀ ਉਹ ਸ਼ਹਾਦਤ ਸ਼ਬਦ ਜਿਹੜਾ ਹੈ ਉਹਦਾ ਪ੍ਰੈਕਟੀਕਲ ਸਭ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਨੇ ਕੀਤਾ ਜੀ ਉਹਦੇ ਬਾਅਦ ਨੌਵੇਂ ਪਾਤਸ਼ਾਹ ਨੇ ਜੀ ਤੇ ਉਹਦੇ ਬਾਅਦ ਸ਼ਹਾਦਤਾਂ ਦੀ ਜਿਹੜੀ ਸੀਗੀ ਉਹ ਝੜੀ ਲੱਗ ਜਾਂਦੀ ਹੈ ਜੀ ਸਿੱਖ ਜੀ ਕੌਮ ਦੇ ਵਿੱਚ ਬਿਲਕੁਲ ਸੋ ਬਿਲਕੁਲ ਮੈਂ ਇਹ ਕਹਿਣਾ ਚਾਹਾਂਗਾ ਇੱਥੇ ਜੀ ਕਿ ਇਹ ਸ਼ਹਾਦਤ ਜਿਹੜੀ ਹੈ ਇਹ ਬੜੀ ਸ਼੍ਰੋਮਣੀ ਸ਼ਹਾਦਤ ਹੈ ਜੀ ਔਰ ਇਸ ਸ਼ਹਾਦਤ ਤੋਂ ਸਾਨੂੰ ਕੁਝ ਸਬਕ ਸਿੱਖਣੇ ਚਾਹੀਦੇ ਨੇ ਪ੍ਰੋਫੈਸਰ ਸਾਹਿਬ ਸ਼ਹਾਦਤ ਦੀ ਤੇ ਗੱਲ ਕਰਦੇ ਆ ਤੇ ਸ਼ਹਾਦਤ ਹੁੰਦੀ ਹੈ ਜਦੋਂ ਤੇ ਫਿਰ ਕਿਵੇਂ ਸ਼ਹਾਦਤ ਹੁੰਦੀ ਹੈ ਤੇ ਇਸ ਤੋਂ ਮੈਂ ਚਾਹੂੰਗਾ ਆਪਣੇ ਕੋਲ ਸਮਾਂ ਵੀ ਥੋੜਾ ਘੱਟ ਆ ਤੇ ਸ਼ਹਾਦਤ ਜਿਹੜੀ ਆ ਉਸ ਤੋਂ ਸਾਨੂੰ ਕੀ ਸੰਦੇਸ਼ ਮਿਲਦਾ ਆ ਸ਼ਾਇਦ ਕਿਤੇ ਨਾ ਕਿਤੇ ਅੱਜ ਦੀ ਪੀੜ੍ਹੀ ਜਿਹੜੀ ਆ ਇਤਿਹਾਸ ਵੀ ਪੜ੍ਹਨੋਂ ਹਟ ਗਈ ਆ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੈਂ ਸੰਖੇਪ ਦੇ ਵਿੱਚ ਕੁਝ ਗੱਲਾਂ ਕਹਿ ਦਿਆਂ ਜੀ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਸੰਦੇਸ਼ ਇਹ ਮਿਲਦਾ ਹੈ ਜੀ ਕਿ ਸਿਧਾਂਤ ਸੁਪਰੀਮ ਹੈ ਸਰੀਰ ਸੁਪਰੀਮ ਨਹੀਂ ਜੀ ਬਿਲਕੁਲ ਸਰੀਰ ਕੁਰਬਾਨ ਕੀਤੇ ਜਾ ਸਕਦੇ ਨੇ ਜੀ ਬਿਲਕੁਲ ਸਿਧਾਂਤ ਕੁਰਬਾਨ ਨਹੀਂ ਕੀਤੇ ਜਾ ਸਕਦੇ ਜੀ ਨੰਬਰ 1 ਦੂਸਰੀ ਗੱਲ ਜੀ ਕਿ ਸ਼ਹਾਦਤ ਉਹ ਵਿਅਕਤੀ ਦੇ ਸਕਦਾ ਹੈ ਜੀ ਜਿਹੜਾ ਕਿ ਆਪਣੇ ਪੁੱਤਰ ਤੋਂ ਰਿਸ਼ਤੇ ਤੋਂ ਜੀ ਆਪਣੇ ਧੀ ਦੇ ਰਿਸ਼ਤੇ ਤੋਂ ਜੀ ਮਾਂ ਦੇ ਰਿਸ਼ਤੇ ਤੋਂ ਪਿਓ ਦੇ ਰਿਸ਼ਤੇ ਤੋਂ ਪਤਨੀ ਦੇ ਰਿਸ਼ਤੇ ਤੋਂ ਹਾਂਜੀ ਇਹਨਾਂ ਸਾਰੇ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਜੀ ਅਕਾਲ ਪੁਰਖ ਦੇ ਨਾਲ ਰਿਸ਼ਤਾ ਬਣਾਉਂਦਾ ਹਾਂਜੀ ਸ਼ਹਾਦਤ ਉਹ ਦੇ ਸਕਦਾ ਜੀ 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 ਜਿਹਦੀ ਖਿੱਚ ਪਰਿਵਾਰ ਵਾਲੇ ਪਾਸੇ ਹੈ ਬਿਲਕੁਲ ਉਹ ਸ਼ਹਾਦਤ ਸ਼ਬਦ ਦੇ ਬਾਰੇ ਸੋਚ ਵੀ ਨਹੀਂ ਸਕਦਾ ਚਾਹੇ ਉਹਦੀ ਲੱਤਾਂ ਕੰਬਣ ਲੱਗ ਪੈਣਗੀਆਂ ਚਾਹੇ ਉਹ ਕੋਈ ਵੀ ਹੋਵੇ ਚੋਈ ਹੋਏ ਠੀਕ ਹੈ ਬਿਲਕੁਲ ਇਹ ਸੁਨੇਹਾ ਮਿਲਦਾ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਛੱਡਿਆ ਜੀ ਮੋਹ ਛੱਡਿਆ ਜੀ ਪਰਿਵਾਰ ਦਾ ਮੋਹ ਛੱਡਿਆ ਹਾਂਜੀ। ਔਰ ਸਰੀਰ ਤੋਂ ਜ਼ਿਆਦਾ ਸਿਧਾਂਤ ਨੂੰ ਤਹਿ ਪਹਿਲ ਦਿੱਤੀ ਬਿਲਕੁਲ ਔਰ ਜਿੱਥੇ ਸਿਧਾਂਤ ਦੀ ਗੱਲ ਆ ਜਾਏ ਜੀ। ਸਿਧਾਂਤ ਸਾਡੇ ਸਾਹਮਣੇ ਇੱਕ ਆਦਰਸ਼ ਹੈ ਬਿਲਕੁਲ ਬਸ ਸਰੀਰ ਤੇ ਇੱਕ ਦਿਨ ਚਲਾ ਹੀ ਜਾਣਾ ਇਹ ਬਿਨਸਨਹਾਰ ਹੈ ਜੀ ਅਸੀਂ ਸਾਰਿਆਂ ਨੇ ਮਰ ਜਾਣਾ ਜੀ ਸਭਨਾ ਸਹੁਰੇ ਵੰਜਣਾ ਪਰ ਸਿਧਾਂਤ ਸਾਰਿਆਂ ਨੇ ਜਿਹੜਾ ਮਰ ਆ ਜਾਣਾ ਉਹਨੂੰ ਲੋਕ ਯਾਦ ਕਰਦੇ ਆ ਸਿਧਾਂਤ ਨੂੰ ਲੋਕੀ ਯਾਦ ਰੱਖਦੇ ਨੇ ਔਰ ਚੇਤੇ ਰੱਖਿਓ ਇਹ ਸਾਨੂੰ ਇਸ ਅੱਜ ਦੇ ਦਿਨ ਸ਼ਹਾਦਤ ਵਾਲੇ ਦਿਨ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਜੀ ਜੀ ਕਿ ਅਸੀਂ ਸਭ ਤੋਂ ਵੱਡੀ ਸਾਡੀ ਕਮਾਈ ਜਿਹੜੀ ਹੈ ਨਾ ਗੁਰੂ ਸ਼ਬਦ ਦੀ ਹੈ ਹਾਂਜੀ ਉਹ ਜਿਸ ਵਿਅਕਤੀ ਵਿੱਚ ਜਿੰਨੀ ਜ਼ਿਆਦਾ ਗੁਰਬਾਣੀ ਦੀ ਕਮਾਈ ਹੋਏਗੀ ਗੁਰੂ ਸ਼ਬਦ ਦੀ ਕਮਾਈ ਹੋਏਗੀ ਚੇਤੇ ਰੱਖਿਓ ਉਹ ਵਿਅਕਤੀ ਨਿਰਭਉ ਤੇ ਨਿਰਵੈਰ ਤੇ ਪਹਿਰਾ ਦੇਗਾ ਜੀ ਜੀ ਬਿਲਕੁਲ ਉਹ ਨਿਰਭਉ ਔਰ ਨਿਰਵੈਰ ਤੇ ਪਹਿਰਾ ਦੇਣਾ ਇਹ ਅੱਜ ਸ਼ਹਾਦਤ ਵਾਲੇ ਦਿਨ ਸਾਨੂੰ ਇਸ ਸ਼ਬਦ ਦੀ ਕਮਾਈ ਕਰਨੀ ਪਏਗੀ ਅਸੀਂ ਨਿਰਵੈਰ ਵੀ ਹੋਣਾ ਹੈ ਜੀ ਤੇ ਅਸੀਂ ਨਿਰਭਉ ਵੀ ਹੋਣਾ ਹੈ ਜੀ 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 ਇਹ ਸਾਨੂੰ ਸਬਕ ਮਿਲਦਾ ਹੈ ਵਰਨਾ ਸ਼ਹਾਦਤ ਨਹੀਂ ਦਿੱਤੀ ਜਾ ਸਕਦੀ ਜੀ ਪਰ ਸਭ ਅੰਤ ਦੇ ਉੱਤੇ ਮੈਂ ਇਹ ਸਮਝਣਾ ਵੀ ਚਾਹੂੰਗਾ ਪੁੱਛਣਾ ਵੀ ਚਾਹੂੰਗਾ ਕਿ ਅੱਜ ਸ਼ਹਾਦਤ ਨੂੰ ਜਿਹੜਾ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆ ਉਹਨੂੰ ਸਿੱਖ ਪੰਥ ਕਿਵੇਂ ਮਨਾ ਰਿਹਾ ਆ ਕਿਵੇਂ ਮਨਾਉਂਦਾ ਆ ਕਿਤੇ ਨਾ ਕਿਤੇ ਸ਼ਾਇਦ ਉਹੀ ਗੱਲਾਂ ਜਿਹੜੀਆਂ ਅਸੂਲਾਂ ਦੀਆਂ ਅਸੀਂ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਸੀਗਾ ਉਹ ਨਹੀਂ ਛੱਡਿਆ ਤੇ ਸਰੀਰ ਜਿਹੜਾ ਆ ਉਹ ਚਾਹੇ ਕੁਰਬਾਨ ਕਰ ਦਿੱਤਾ ਪਰ ਅੱਜ ਕਿਤੇ ਨਾ ਕਿਤੇ ਸ਼ਾਇਦ ਉਸ ਚੀਜ਼ ਤੋਂ ਅਸੀਂ ਦੂਰ ਜਿਹੜਾ ਆ ਹੁੰਦੇ ਜਾ ਰਹੇ ਹਾਂ ਚਾਹੇ ਉਹ ਸਿੱਖ ਧਰਮ ਦੀ ਹੀ ਗੱਲ ਕਿਉਂ ਨਾ ਕਰ ਲਈ ਜਾਵੇ ਅੱਜ ਕਿਤੇ ਨਾ ਕਿਤੇ ਅਸੀਂ ਸੀਮਤ ਹੋ ਕੇ ਰਹਿ ਗਏ ਹਾਂ ਦੂਸਰੀ ਗੱਲ ਛਬੀਲਾਂ ਜ਼ਰੂਰ ਲੱਗਦੀਆਂ ਨੇ ਜਲ ਵੀ ਠੰਡਾ ਮਿੱਠਾ ਜਿਹੜਾ ਛਕਾਇਆ ਜਾਂਦਾ ਆ ਪਰ ਉਹ ਗੱਲ ਹੈਗੀ ਆ ਕਿ ਅਸੀਂ ਬਹੁਤ ਜਲਦੀ ਦਿਨ ਲੰਘ ਗਿਆ ਤੇ ਫਿਰ ਭੁੱਲ ਗਏ ਦਿਨ ਨੂੰ ਇਹ ਐਵੇਂ ਦੀਆਂ ਗੱਲਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਸਾਨੂੰ ਇਸ ਕੌੜੇ ਸੱਚ ਨੂੰ ਜਿਹੜਾ ਮੰਨਣਾ ਪਏਗਾ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਜੀ ਇਹ ਕੋਈ ਵੀ ਸ਼ਹਾਦਤ ਦਾ ਦਿਨ ਹੋਏ ਜੀ ਜਾਂ ਗੁਰਪੁਰਬ ਹੋਏ ਜੀ ਇਹ ਇਸ ਕਰਕੇ ਅਸੀਂ ਮਨਾਉਂਦੇ ਹਾਂ ਜੀ ਜਿਸ ਨਾਲ ਕਿ ਸਾਲ ਦੇ 365 ਦਿਨ ਤੇ ਲਗਾਤਾਰ ਆਪਣੀ ਜ਼ਿੰਦਗੀ ਵਿੱਚ ਅਸੀਂ ਇਹਨਾਂ ਸਿਧਾਂਤਾਂ ਨੂੰ ਯਾਦ ਕਰਕੇ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਜੁਗਤ ਪੈਦਾ ਕਰੀਏ ਜੀ ਉਹ ਜੁਗਤ ਜਿਹੜੀ ਗੁਰਮਤਿ ਤੇ ਆਧਾਰਿਤ ਹੈ ਹਾਂਜੀ ਇਹ ਇਸ ਕਰਕੇ ਦਿਨ ਦਿਹਾੜੇ ਮਨਾਏ ਜਾਂਦੇ ਨੇ ਪਹਿਲੀ ਗੱਲ ਜੀ ਦੂਸਰੀ ਗੱਲ ਛਬੀਲਾਂ ਮੁਬਾਰਕ ਨੇ ਜੀ ਮੈਂ ਛਬੀਲਾਂ ਉੱਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ ਜੀ ਛਬੀਲਾਂ ਮੁਬਾਰਕ ਨੇ ਜੋ ਲਗਾ ਰਹੇ ਨੇ ਠੀਕ ਹੈ ਲੇਕਿਨ ਮੈਨੂੰ ਇਹ ਗੱਲ ਕਹਿ ਲੈਣ ਦੇਣਾ ਜੀ ਛਬੀਲਾਂ ਦੇ ਨਾਲ ਜੀ
ਪਰਮਾਤਮਾ ਦੀ ਅਸੀਂ ਰਿਅਲਾਈਜੇਸ਼ਨ ਜੀ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਜੀ ਮੁੱਢ ਹੈ ਸਾਡਾ ਗੁਰਬਾਣੀ। ਜੀ ਜਦ ਤੱਕ ਗੁਰਬਾਣੀ ਅਨੁਸਾਰ ਜੀ ਅਸੀਂ ਆਪਣੀ ਜੀਵਨ ਜੁਗਤ ਨਹੀਂ ਚਲਾ ਰਹੇ, ਜੀ ਗੁਰਬਾਣੀ ਅਨੁਸਾਰ ਜੀ ਅਸੀਂ ਆਪਣੀ ਜੀਵਨ ਜਾਂਚ ਨਹੀਂ ਚਲਾ ਰਹੇ, ਹਾਂਜੀ ਹੋਰ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ, ਜੀ ਉਸ ਮੁਤਾਬਕ ਜੀ ਅਸੀਂ ਆਪਣਾ ਕਾਰ ਵਿਹਾਰ ਨਹੀਂ ਕਰ ਰਹੇ। ਹਾਂਜੀ ਚਾਹੇ ਉਹ ਦੁਕਾਨਦਾਰ ਹੈ ਜੀ, ਜੀ। ਤੇ ਦੁਕਾਨਦਾਰ ਜਿਹੜਾ ਹੈ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲੇ, ਨਿਤਨੇਮ ਵੀ ਕਰ ਲੇ, ਲੇਕਿਨ ਜੇ ਦੁਕਾਨ ਤੇ ਪਹੁੰਚ ਗਿਆ ਠੱਗੀ ਮਾਰਨੀ ਸ਼ੁਰੂ ਕਰਤੀ। ਬਿਲਕੁਲ ਠੀਕ ਹੈ? ਬਿਲਕੁਲ ਤਾਂ ਉਹ ਤਾਂ ਗੱਲ ਬਣੀ ਨਹੀਂ ਨਾ, ਗੱਲ ਫਿਰ ਉੱਥੇ ਗੱਲ ਸਿਧਾਂਤ ਤਾਂ ਫਿਰ ਉੱਥੇ ਆ ਗਈ ਹੈ ਨਾ, ਸਿਧਾਂਤ ਤੇ ਗੱਲ ਆ ਜੀ। ਗਈ। ਸਿਧਾਂਤ ਜਿਹੜਾ ਜੀਵਨ ਜੁਗਤ ਜਿਹੜੀ ਹੈ, ਜੀ। ਚਾਹੇ ਉਹ ਕਾਰੋਬਾਰੀ ਵਿਅਕਤੀ ਹੈ, ਜੀ। ਚਾਹੇ ਮੈਂ ਐਜ਼ ਏ ਟੀਚਰ ਹਾਂ, ਜੀ। ਸਾਰੀ ਉਮਰ ਪੜਾਇਆ ਹੈ, ਜੀ ਠੀਕ ਹੈ। ਅਗਰ ਜਿੱਥੇ ਜਿੱਥੇ ਅਕਾਲ ਪੁਰਖ ਜੈ ਜੈ ਪਾਣਾ ਤੈ ਤੇ ਰੱਖੈ, ਜੀ। ਨਾਨਕ ਸਭ ਕੁਝ ਪ੍ਰਭ ਗਿਆ, ਜਿੱਥੇ ਜਿੱਥੇ ਤੁਹਾਨੂੰ ਜੀ। ਸੱਚੇ ਪਾਤਸ਼ਾਹ ਨੇ ਰੋਜ਼ਗਾਰ ਬਖਸ਼ੇ ਨੇ, ਜੀ। ਕੰਮਕਾਰ ਕਵਿੱਤ ਬਖਸ਼ੇ ਨੇ, ਜੀ। ਤੁਸੀਂ ਉੱਥੇ ਆਪਣੀ ਜਿਹੜੀ ਕਾਰ ਵਿਹਾਰ ਹੈ ਜੀ। ਉਹ ਤੁਸੀਂ ਸਾਰਾ ਕੁਝ ਜੀ। ਜੀਵਨ ਜੁਗਤ ਜਿਹੜੀ ਹੈ ਉਹ ਗੁਰਬਾਣੀ ਦੇ ਅਨੁਸਾਰ ਚਲਾਣੀ ਹੈ। ਜੀ ਉਹ ਸ਼ਹਾਦਤ ਤੋਂ ਪ੍ਰੇਰਣਾ ਲੈਂਦੇ ਹੋਏ ਜੀ ਯਾਦ ਰੱਖਣਾ ਹੈ ਕਿ ਆਦਰਸ਼ ਜੀ। ਇਹ ਸਿਧਾਂਤ ਸੁਪਰੀਮ ਨੇ। ਜੀ ਸਿਧਾਂਤਾਂ ਤੋਂ ਵਿਅਕਤੀ ਵਾਰੇ ਜਾ ਸਕਦੇ ਨੇ, ਜੀ ਲੇਕਿਨ ਵਿਅਕਤੀਆਂ ਤੋਂ ਸਿਧਾਂਤ ਸਿਧਾਂਤ ਨਹੀਂ ਨਹੀਂ ਵਾਰੇ ਜਾ ਸਕਦੇ। ਜੀ, ਬਿਲਕੁਲ। ਅੱਜ ਸਾਡਾ ਜਿਹੜਾ ਆਲਾ ਦੁਆਲਾ ਹੈ, ਚਾਹੇ ਉਹ ਪੋਲੀਟੀਕਲ ਸਿਸਟਮ ਹੈ, ਚਾਹੇ ਉਹ ਧਾਰਮਿਕ ਸਿਸਟਮ ਜੀ ਹੈ, ਬਿਲਕੁਲ ਇਹ ਉੱਥੇ ਕੀ ਚੱਲ ਰਿਹਾ ਹੈ ਕਿ ਅੱਜ ਬੰਦੇ ਜਿਹੜੇ ਨੇ ਜੀ ਉਹ ਸੁਪਰੀਮ ਨੇ, ਸਿਧਾਂਤ ਸੁਪਰੀਮ ਨਹੀਂ ਹੈ। ਬਿਲਕੁਲ ਸਿਧਾਂਤ ਦਾ ਤਹਿਸ ਨਹਿਸ ਹੋ ਗਿਆ, ਸਿਧਾਂਤਾਂ ਦੀ ਘੇਰਾਬੰਦੀ ਹੋ ਗਈ, ਜੀ ਦੁਸ਼ਮਣਾਂ ਨੇ ਕਰ ਲਈ, ਠੀਕ ਹੈ। ਤੇ ਅਸੀਂ ਸਰਕਾਰੀ ਜਿਹੜੀ ਸਾਨੂੰ ਆਰਾਮ ਮਿਲੇ ਨੇ, ਸੁੱਖ ਮਿਲੇ ਨੇ, ਜੀ, ਅਸੀਂ ਉਹ ਇੰਜੋਏ ਕਰ ਰਹੇ ਹਾਂ। ਜੀ 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 ਸੋ ਅੱਜ ਦੀ ਸ਼ਹਾਦਤ ਵਾਲੇ ਦਿਨ ਮੈਂ ਦਰਸ਼ਕਾਂ ਨੂੰ ਇਹੋ ਬੇਨਤੀ ਕਰਾਂਗਾ ਜੀ ਕਿ ਆਦਰਸ਼ ਜਿਹੜਾ ਹੈ, ਸਿਧਾਂਤ ਜਿਹੜਾ ਹੈ ਉਹ ਸੁਪਰੀਮ ਹੈ, ਜੀ। ਸਰੀਰ ਸੁਪਰੀਮ ਨਹੀਂ ਹੈਗਾ, ਜੀ। ਤੇ ਗੁਰੂ ਦੇ ਸਿਧਾਂਤ ਤੋਂ ਸਾਨੂੰ ਕੁਰਬਾਨ ਹੋ ਜਾਣਾ ਚਾਹੀਦਾ ਹੈ। ਜੀ। ਸਰੀਰ ਜਿਹੜਾ ਹੈ ਬਿਨਸਨਹਾਰ ਹੈ। ਜੀ ਬਿਲਕੁਲ। ਸੋ ਬਿਲਕੁਲ ਇਹ ਸਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਜਿਨ੍ਹਾਂ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸਮੁੱਚੀ ਗੱਲਬਾਤ ਜਿਹੜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੀ ਕੀਤੀ, ਸ਼ਹਾਦਤ ਦੇ ਅਰਥ ਵੀ ਸਮਝਾਏ ਤੇ ਨਾਲ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਦੀ ਗੱਲ ਜਿਹੜੀ ਆ ਉਹ ਵੀ ਦੱਸੀ, ਤੇ ਨਾਲ ਕਿਵੇਂ ਅਸੀਂ ਆਪਣੇ ਗੁਰੂ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਜਿਹੜਾ ਆ ਉਹ ਬਤੀਤ ਕਰਨਾ ਆ, ਉਹ ਵੀ ਗੱਲਾਂ ਦੱਸੀਆਂ। ਸੋ ਪ੍ਰੈਸ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਕੀਤੀ। ਸੋ ਪ੍ਰੈਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇੱਥੇ ਹੀ ਅਸੀਂ ਸਾਰੇ ਹੀ ਜਿਹੜੇ ਸੰਗਤ ਆ ਉਹਨਾਂ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।